आज आओ ਅਸੀਂ ਇਕੱਠੇ ਮਿਲ ਕੇ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਪਿਤਾ ਇਸ ਧਰਤੀ ਤੇ ਦੂਸਰੀ ਵਾਰ ਕਿਉਂ ਆਏ? ਆਓ ਅਸੀਂ ਇਕੱਠੇ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਅਧਿਆਇ 5 ਖੋਲੀਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 5 ਵਚਨ 1 ਤੋਂ ਪਰਮੇਸ਼ਵਰ ਦੇ ਵਚਨ ਨੂੰ ਪੜ੍ਹੀਏ। ਜਿਹੜਾ ਸਿੰਘਾਸਨ ਉਤੇ ਬਿਰਾਜਮਾਨ ਸੀ, ਮੈਂ ਉਹਦੇ ਸੱਜੇ ਹੱਥ ਵਿੱਚ ਇੱਕ ਪੋਥੀ ਵੇਖੀ ਜੋ ਅੰਦਰੋਂ ਬਾਹਰੋਂ ਲਿਖੀ ਹੋਈ ਅਤੇ 7 ਮੋਹਰਾਂ ਨਾਲ ਬੰਦ ਕੀਤੀ ਹੋਈ ਸੀ। ਅਤੇ ਮੈਂ ਇੱਕ ਬਲੀ ਦੂਤ ਨੂੰ ਵੱਡੀ ਆਵਾਜ਼ ਨਾਲ ਇਹ ਪ੍ਰਚਾਰ ਕਰਦੇ ਵੇਖਿਆ, ਭਈ ਪੋਥੀ ਨੂੰ ਖੋਲ੍ਹਣ ਅਤੇ ਉਹਦੀਆਂ ਮੋਹਰਾਂ ਨੂੰ ਤੋੜਨ ਦੇ ਜੋ ਕੌਣ ਹੈ? ਤਾਂ ਨਾ ਸੁਰਗ ਵਿੱਚ, ਨਾ ਧਰਤੀ ਉੱਤੇ, ਨਾ ਧਰਤੀ ਦੇ ਹੇਠ ਕੋਈ ਸੀ ਜੋ ਉਸ ਪੋਥੀ ਨੂੰ ਖੋਲ੍ਹ ਸਕਦਾ ਜਾਂ ਉਸ ਉੱਤੇ ਨਿਗਾਹ ਕਰ ਸਕਦਾ। ਰਸੂਲ ਯੋਹੰਨਾ ਨੇ ਸਾਰੀ ਮਨੁੱਖ ਜਾਤੀ ਲਈ ਆਤਮਿਕ ਰੂਪ ਨਾਲ ਇੱਕ ਖਤਰਨਾਕ ਸਥਿਤੀ ਦੇਖੀ। ਮੁਕਤੀ ਦੀ ਸੱਚਾਈ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਾਈਬਲ ਨੂੰ ਲੁਕਾਇਆ ਅਤੇ ਮੋਹਰ ਬੰਦ ਕੀਤਾ ਗਿਆ ਹੈ। ਵਚਨ 4, ਤਾਂ ਮੈਂ ਬਹੁਤ ਰੋਨਾ ਇਸ ਲਈ ਜੋ ਉਸ ਪੋਥੀ ਦੇ ਖੋਲ੍ਹਣ ਜਾਂ ਉਸ ਉੱਤੇ ਨਿਗਾਹ ਕਰਨ ਦੇ ਯੋਗ ਕੋਈ ਨਾ ਨਿਕਲਿਆ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ, ਵੇਖ ਉਹ ਬੱਬਰ ਸ਼ੇਰ ਜਿਹੜਾ ਯਹੂਦਾ ਦੇ ਗੋਤ ਵਿੱਚੋਂ ਹੈ ਅਤੇ ਦਾਊਦ ਦੀ ਜੜ ਹੈ, ਉਸ ਪੋਥੀ ਅਤੇ ਉਹਦੀਆਂ 7 ਮੋਹਰਾਂ ਦੇ ਖੋਲ੍ਹਣ ਲਈ ਜਿੱਤ ਗਿਆ ਹੈ। ਰਸੂਲ ਯੋਹੰਨਾ ਨੇ ਇੱਕ ਮੰਦਭਾਗੀ ਸਥਿਤੀ ਬਾਰੇ ਇੱਕ ਪ੍ਰਕਾਸ਼ਨ ਦੇਖਿਆ ਕਿ ਸਾਰੀ ਮਨੁੱਖ ਜਾਤੀ ਨਰਕ ਵਿੱਚ ਜਾਣ ਵਾਲੀ ਹੈ। ਉਸ ਸਮੇਂ ਬਜ਼ੁਰਗਾਂ ਵਿੱਚੋਂ ਇੱਕ ਨੇ ਰਸੂਲ ਯੋਹੰਨਾ ਨੂੰ ਦਿਲਾਸਾ ਦਿੱਤਾ, ਭਾਵੇਂ ਪੋਥੀ ਨੂੰ ਖੋਲ੍ਹਣ ਵਾਲਾ ਕੋਈ ਨਹੀਂ ਹੈ, ਪਰ ਕੀ ਇਹ ਖੁਸ਼ਕਿਸਮਤੀ ਦੀ ਗੱਲ ਨਹੀਂ ਹੈ ਕਿ ਇੱਕ ਹੈ ਜੋ ਇਸ ਨੂੰ ਖੋਲ੍ਹ ਸਕਦਾ ਹੈ? ਫਿਰ ਉਹ ਕੌਣ ਹੈ ਜਿਸ ਦੀ ਮਨੁੱਖ ਜਾਤੀ ਨੂੰ ਲਾਲਸਾ ਕਰਨੀ ਚਾਹੀਦੀ ਹੈ? ਉਹ ਕੋਈ ਮਸ਼ਹੂਰ ਰਾਸ਼ਟਰਪਤੀ ਜਾਂ ਆਇਨਸਟਾਈਨ ਵਰਗਾ ਮਸ਼ਹੂਰ ਵਿਗਿਆਨੀ ਨਹੀਂ ਹੈ। ਸਾਨੂੰ ਦਾਊਦ ਦੀ ਜੜ ਨੂੰ ਮਿਲਣਾ ਚਾਹੀਦਾ ਹੈ। ਸਾਡੇ ਲਈ ਸਦੀਪਕ ਜੀਵਨ ਪ੍ਰਾਪਤ ਕਰਨ ਅਤੇ ਸਵਰਗ ਵਿੱਚ ਪ੍ਰਵੇਸ਼ ਕਰਨ ਦਾ ਕੀ ਇਹ ਇੱਕੋ ਇੱਕ ਰਸਤਾ ਨਹੀਂ? ਫਿਰ ਦਾਊਦ ਦੀ ਜੜ ਕਿਸ ਨੂੰ ਦਰਸਾਉਂਦਾ ਹੈ? ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 16 ਉੱਤੇ ਇੱਕ ਨਜ਼ਰ ਪਾਈਏ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 16 ਵਿੱਚ ਲਿਖਿਆ ਹੈ, ਮੈਂ ਯਿਸੂ ਨੇ ਕਲੀਸਿਆ ਦੇ ਲਈ ਇਹਨਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਘੱਲਿਆ ਹੈ। ਮੈਂ ਉਹ ਕੌਣ ਹਾਂ? ਦਾਊਦ ਦੀ ਜੜ ਅਤੇ ਅੰਸ਼। ਦਾਊਦ ਦੀ ਜੜ ਕੌਣ ਹੈ? ਕੀ ਉਹ ਪਹਿਲੀ ਵਾਰ ਆਉਣ ਵਾਲੇ ਯਿਸੂ ਹਨ? ਯਿਸੂ ਦੇ ਸਵਰਗ ਜਾਣ ਤੋਂ 60 ਸਾਲ ਬਾਅਦ ਰਸੂਲ ਯੋਹੰਨਾ ਨੇ ਇਹ ਪ੍ਰਕਾਸ਼ਨ ਦੇਖਿਆ। ਹਨੇਰੇ ਯੁੱਗ ਦੌਰਾਨ ਖੁਸ਼ਖਬਰੀ ਦਾ ਕੀ ਹੋਇਆ? ਇਸ ਨੂੰ ਖਤਮ ਕਰ ਦਿੱਤਾ ਗਿਆ ਕਿਉਂਕਿ ਪਸਾਦਾ ਪਰਵ, ਸਬਤ ਦਾ ਦਿਨ, 3 ਵਾਰ ਵਿੱਚ 7 ਪਰਵ ਅਤੇ ਸਾਰੀਆਂ ਸੱਚਾਈਆਂ ਨਸ਼ਟ ਕਰ ਦਿੱਤੀਆਂ ਗਈਆਂ। ਇਸ ਲਈ ਸੱਚਾਈ ਦਾ ਕੋਈ ਪ੍ਰਕਾਸ਼ ਨਹੀਂ ਸੀ। ਇਸ ਕਰਕੇ ਇਸ ਸਮੇਂ ਨੂੰ ਹਨੇਰੇ ਦਾ ਯੁੱਗ ਕਿਹਾ ਜਾਂਦਾ ਹੈ। ਜੇਕਰ ਇਹ ਸਥਿਤੀ ਬਣੀ ਰਹੇ ਤਦ ਮਨੁੱਖ ਜਾਤੀ ਲਈ ਕੋਈ ਉਮੀਦ ਨਹੀਂ ਹੋਵੇਗੀ। ਉਹ ਕਦੇ ਵੀ ਸਵਰਗ ਦੀ ਉਮੀਦ ਨਹੀਂ ਰੱਖ ਸਕਦੇ। ਇਹ ਬਹੁਤ ਦੁਖਦਾਈ ਸਥਿਤੀ ਹੋਵੇਗੀ। ਭਾਵੇਂ ਤੁਸੀਂ ਕਿੰਨਾ ਵੀ ਪੈਸਾ ਕਮਾਉਂਦੇ ਹੋ, ਜ਼ਿੰਦਗੀ ਵਿੱਚ ਸਭ ਕੁਝ ਸੀਮਤ ਹੈ। ਉਹ ਸਾਰੇ ਪਲ ਬਹੁਤ ਜਲਦੀ ਲੰਘ ਜਾਂਦੇ ਹਨ। ਤੁਸੀਂ ਸਾਰੇ ਸੈਮਸੰਗ ਗਰੁੱਪ ਦੇ ਚੇਅਰਮੈਨ ਲੀ ਕੁਨ ਹੀ ਨੂੰ ਜਾਣਦੇ ਹੋ, ਹੈ ਨਾ? ਇਸ ਤਰ੍ਹਾਂ ਦੀ ਵਿਅਕਤੀਗਤ ਚਰਚਾ ਕਰਨ ਲਈ ਮੈਂ ਮਾਫੀ ਚਾਹੁੰਦਾ ਹਾਂ, ਪਰ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਾਰੇ ਮਨੁੱਖ ਇੱਕੋ ਜਿਹੇ ਹਨ। ਸਾਬਕਾ ਰਾਸ਼ਟਰਪਤੀ ਪਾਰਕ ਚੁੰਗ-ਹੀ ਅਤੇ ਸਾਬਕਾ ਰਾਸ਼ਟਰਪਤੀ ਰੋ ਮੁਹਿਉਨ ਬਾਰੇ ਸੋਚੋ। ਉਹ ਸਾਰੇ ਅਲੋਪ ਹੋ ਗਏ। ਸਾਡਾ ਜੀਵਨ ਕਿੰਨਾ ਛੋਟਾ ਹੈ। ਇਸ ਲਈ ਪਰਮੇਸ਼ਵਰ ਨੂੰ
ਮਨੁੱਖ ਜਾਤੀ ਉੱਤੇ ਤਰਸ ਆਇਆ ਅਤੇ ਉਹ ਦੁਬਾਰਾ ਇਸ ਧਰਤੀ ਉੱਤੇ ਸਰੀਰ ਵਿੱਚ ਆਏ। ਕੀ ਉਹਨਾਂ ਨੇ ਸਾਨੂੰ ਇਹ ਨਹੀਂ ਸਿਖਾਇਆ ਕਿ ਇਸ ਜੀਵਨ ਦੇ ਅਸਥਾਈ ਪਲਾਂ ਨਾਲ ਸੰਤੁਸ਼ਟ ਹੋਣ ਦੇ ਬਜਾਏ ਸਦੀਪਕ ਦੁਨੀਆ ਵਿੱਚ ਆਓ? ਇਸ ਕਰਕੇ ਪਰਮੇਸ਼ਵਰ ਨੇ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਪ੍ਰਗਟ ਕੀਤਾ, ਮੈਂ ਦਾਊਦ ਦੀ ਜੜ ਅਤੇ ਅੰਸ਼ ਹਾਂ, ਮੈਂ ਸਵੇਰ ਦਾ ਉਜਲ ਤਾਰਾ ਹਾਂ। ਇਸ ਤਰ੍ਹਾਂ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਦਾਊਦ ਦੀ ਜੜ ਪਹਿਲੀ ਵਾਰ ਆਏ ਯੀਸ਼ੂ ਨਹੀਂ, ਪਰ ਦੂਸਰੀ ਵਾਰ ਆਏ ਯੀਸ਼ੂ ਹਨ। ਫਿਰ ਆਓ ਅਸੀਂ ਹਿਜਕੇਲ ਅਧਿਆਇ 34 ਵਚਨ 4 ਵਿੱਚ ਦਾਊਦ ਬਾਰੇ ਭਵਿੱਖਬਾਣੀ ਉੱਤੇ ਨਜ਼ਰ ਪਾਈਏ। ਅਧਿਆਇ 34 ਵਚਨ 4 ਵਿੱਚ ਇਹ ਲਿਖਿਆ ਹੈ, ਤੁਸਾਂ ਲਿੱਸਿਆਂ ਨੂੰ ਤਕੜਾ ਨਹੀਂ ਕੀਤਾ, ਬਿਮਾਰਾਂ ਨੂੰ ਨਰੋਇਆ ਨਹੀਂ ਕੀਤਾ, ਟੁੱਟੇ ਹੋਇਆਂ ਨੂੰ ਨਹੀਂ ਬੰਨਿਆ ਅਤੇ ਜਿਹੜੀਆਂ ਕੱਢ ਦਿੱਤੀਆਂ ਗਈਆਂ ਉਹਨਾਂ ਨੂੰ ਮੋੜ ਕੇ ਨਹੀਂ ਲਿਆਂਦਾ ਅਤੇ ਗਵਾਚੀਆਂ ਹੋਈਆਂ ਨੂੰ ਨਹੀਂ ਢੂੰਡਿਆ, ਸਗੋਂ ਜ਼ੋਰ ਅਤੇ ਧੱਕੇ ਨਾਲ ਉਹਨਾਂ ਤੇ ਰਾਜ ਕੀਤਾ ਅਤੇ ਉਹ ਖਿਲਰ ਪੁਲਰ ਗਏ, ਕਿਉਂ ਜੋ ਕੋਈ ਆਜੜੀ ਨਹੀਂ ਸੀ ਅਤੇ ਉਹ ਖੇਤ ਦੇ ਸਾਰੇ ਦਰਿੰਦਿਆਂ ਦਾ ਖਾਣਾ ਬਣੀਆਂ ਅਤੇ ਖਿਲਰ ਗਈਆਂ। ਮੇਰੀਆਂ ਭੇਡਾਂ ਸਾਰੇ ਪਰਬਤਾਂ ਤੇ ਅਤੇ ਹਰੇਕ ਉੱਚੇ ਟਿੱਬੇ ਤੇ ਭਟਕਦੀਆਂ ਸਨ। ਹਾਂ, ਮੇਰੀਆਂ ਭੇਡਾਂ ਸਾਰੀ ਧਰਤੀ ਤੇ ਖਿਲਰ ਪੁਲਰ ਗਈਆਂ ਅਤੇ ਕਿਸੇ ਨੇ ਨਾ ਉਹਨਾਂ ਨੂੰ ਢੂੰਡਿਆ, ਨਾ ਉਹਨਾਂ ਦੀ ਭਾਲ ਕੀਤੀ। 2000 ਸਾਲ ਪਹਿਲਾਂ ਯੀਸ਼ੂ ਨੇ ਨਵੇਂ ਨੇਮ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਉਹਨਾਂ ਦੇ ਸਵਰਗ ਜਾਣ ਤੋਂ ਬਾਅਦ ਅਤੇ ਰਸੂਲ ਅਤੇ ਉਹਨਾਂ ਦੇ ਚੇਲਿਆਂ ਦੀ ਮੌਤ ਤੋਂ ਬਾਅਦ ਨੇੜੇ ਚੌਥੀ ਸਦੀ ਦੇ ਆਸ-ਪਾਸ ਸੱਚਾਈ ਤੇਜ਼ੀ ਨਾਲ ਅਲੋਪ ਹੋਣ ਲੱਗੀ। ਆਤਮਿਕ ਤੌਰ ਤੇ ਭੇਡਾਂ ਜੰਗਲੀ ਜਾਨਵਰਾਂ ਦੇ ਸਾਹਮਣੇ ਲਿਆਂਦੀਆਂ ਗਈਆਂ। ਕਿਸੇ ਨੇ ਉਹਨਾਂ ਨੂੰ ਨਹੀਂ ਲੱਭਿਆ। ਉਸ ਸਮੇਂ ਉਹਨਾਂ ਨੂੰ ਭਾਲਣ ਲਈ ਕੌਣ ਆਇਆ? ਆਓ ਅਸੀਂ ਵਚਨ 11 ਪੜ੍ਹੀਏ। ਕਿਉਂ ਜੋ ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ, ਵੇਖ ਮੈਂ ਆਪ, ਉਹ ਕੀ ਕਰਨਗੇ? ਪਰਮੇਸ਼ਵਰ ਆਪਣੀਆਂ ਭੇਡ ਬੱਕਰੀਆਂ ਨੂੰ ਲੱਭਣਗੇ। ਮੈਂ ਆਪ ਹੀ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਹਨਾਂ ਨੂੰ ਲੱਭ ਲਵਾਂਗਾ। ਜਿੱਦਾਂ ਆਜੜੀ ਆਪਣੇ ਇੱਜੜ ਨੂੰ ਢੂੰਡਦਾ ਹੈ, ਜਿਸ ਦਿਨ ਕਿ ਉਹ ਆਪਣੇ ਇੱਜੜ ਦੇ ਵਿੱਚ ਹੋਵੇ ਅਤੇ ਉਹਦੀਆਂ ਭੇਡਾਂ ਖਿਲਰ ਗਈਆਂ ਹੋਣ, ਉਦਾਂ ਹੀ ਮੈਂ ਆਪਣੀਆਂ ਭੇਡਾਂ ਨੂੰ ਲੱਭਾਂਗਾ ਅਤੇ ਉਹਨਾਂ ਨੂੰ ਹਰ ਥਾਂ ਤੋਂ ਜਿੱਥੇ ਉਹ ਬੱਦਲ ਅਤੇ ਹਨੇਰੇ ਦੇ ਦਿਨ ਖਿਲਰ ਗਈਆਂ ਸਨ ਛੁਡਾ ਲਿਆਵਾਂਗਾ। ਬਾਈਬਲ ਵਿੱਚ ਬੱਦਲ ਅਤੇ ਹਨੇਰੇ ਦੇ ਦਿਨ ਅੰਤ ਦੇ ਦਿਨਾਂ ਨੂੰ ਦਰਸਾਉਂਦੇ ਹਨ। ਇਹ ਲਿਖਿਆ ਹੈ ਕਿ ਮੈਂ ਉਹਨਾਂ ਨੂੰ ਬੱਦਲ ਅਤੇ ਹਨੇਰੇ ਦੇ ਦਿਨ ਛੁਡਾ ਲਿਆਵਾਂਗਾ, ਅਰਥਾਤ ਅੰਤ ਦੇ ਦਿਨਾਂ ਵਿੱਚ। ਤਦ ਉਹ ਕੀ ਕਰੇਗਾ? ਵਚਨ 13, ਅਤੇ ਮੈਂ ਉਹਨਾਂ ਨੂੰ ਲੋਕਾਂ ਵਿੱਚੋਂ ਮੋੜ ਲਿਆਵਾਂਗਾ ਅਤੇ ਸਾਰੇ ਦੇਸ਼ਾਂ ਵਿੱਚੋਂ ਇਕੱਠਾ ਕਰਾਂਗਾ ਅਤੇ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਲਿਆਵਾਂਗਾ ਅਤੇ ਇਜ਼ਰਾਈਲ ਦੇ ਪਰਬਤਾਂ ਤੇ ਨਹਿਰਾਂ ਦੇ ਉੱਤੇ ਅਤੇ ਦੇਸ਼ ਦੇ ਸਾਰੇ ਵਸਦੇ ਸਥਾਨਾਂ ਵਿੱਚ ਚਾਰਾਂਗਾ ਅਤੇ ਮੈਂ ਉਹਨਾਂ ਨੂੰ ਚੰਗੀ ਜੂਹ ਵਿੱਚ ਚਰਾਵਾਂਗਾ ਅਤੇ ਉਹਨਾਂ ਦੇ ਬਾੜੇ ਇਜ਼ਰਾਈਲ ਦੇ ਉੱਚੇ ਪਰਬਤ ਤੇ ਹੋਣਗੇ। ਉੱਥੇ ਉਹ ਚੰਗੇ ਬਾੜਿਆਂ ਵਿੱਚ ਲੇਟਣਗੀਆਂ ਅਤੇ ਹਰੀ ਜੂਹ ਵਿੱਚ ਇਜ਼ਰਾਈਲ ਦੇ ਪਰਬਤਾਂ ਉੱਤੇ ਚਰਨਗੀਆਂ। ਵਚਨ 15, ਮੈਂ ਹੀ ਆਪਣੇ ਉਹ ਕੀ ਕਰਨਗੇ? ਇੱਜੜ ਨੂੰ ਚਾਰਾਂਗਾ। ਪਰਮੇਸ਼ਵਰ ਇਹ ਆਤਮਿਕ ਦੁਨੀਆ ਵਿੱਚ ਪੂਰਾ ਨਹੀਂ ਕਰਨਗੇ। ਆਤਮਿਕ ਤੌਰ ਤੇ ਪਰਮੇਸ਼ਵਰ ਹਮੇਸ਼ਾ ਸਾਡੇ ਚਰਵਾਹੇ ਹਨ। ਉਹ ਹਮੇਸ਼ਾ ਸਾਡੇ ਨਾਲ ਹੁੰਦੇ ਹਨ ਅਤੇ ਸਾਨੂੰ ਕਦੇ ਇਕੱਲੇ ਨਹੀਂ ਛੱਡਦੇ। ਇਸ ਤਰ੍ਹਾਂ ਮੈਂ ਹੀ ਆਪਣੇ ਇੱਜੜ ਨੂੰ ਚਾਰਾਂਗਾ ਦਾ ਅਰਥ ਹੈ ਕਿ ਉਹ ਸਰੀਰ ਵਿੱਚ ਇਸ ਧਰਤੀ ਉੱਤੇ ਆਉਣਗੇ। ਮੈਂ ਹੀ ਆਪਣੇ ਇੱਜੜ ਨੂੰ ਚਾਰਾਂਗਾ ਤੇ ਮੈਂ ਹੀ ਉਹਨਾਂ ਨੂੰ ਲਟਾਵਾਂਗਾ। ਪ੍ਰਭੂ ਯਹੋਵਾ ਦਾ ਵਾਕ ਹੈ। ਵਚਨ 23 ਵਿੱਚ ਨਬੀ ਹਿਜਕੇਲ ਪਰਮੇਸ਼ਵਰ ਦੇ ਇਸ ਧਰਤੀ ਉੱਤੇ ਆਉਣ ਦੀ ਭਵਿੱਖਬਾਣੀ ਕਰਨਾ ਜਾਰੀ ਰੱਖਦਾ ਹੈ। ਵਚਨ 23, ਅਤੇ ਮੈਂ ਉਹਨਾਂ ਲਈ ਇੱਕ ਆਜੜੀ ਕਾਇਮ ਕਰਾਂਗਾ ਅਤੇ ਉਹ ਉਹਨਾਂ ਨੂੰ ਚਾਰੇਗਾ, ਅਰਥਾਤ ਉਹ ਕੌਣ ਹੋਵੇਗਾ? ਮੇਰਾ ਦਾਸ ਦਾਊਦ। ਵਚਨ 15 ਕਹਿੰਦਾ ਹੈ, ਮੈਂ ਹੀ ਆਪਣੀ ਇੱਜੜ ਨੂੰ ਚਾਰਾਂਗਾ, ਪਰ ਵਚਨ 23 ਕਹਿੰਦਾ ਹੈ, ਮੇਰਾ ਦਾਸ ਦਾਊਦ ਉਹਨਾਂ ਦਾ ਆਜੜੀ ਹੋਵੇਗਾ। ਉਹ ਕੀ ਕਰੇਗਾ? ਉਹਨਾਂ ਨੂੰ ਚਾਰੇਗਾ ਅਤੇ ਉਹੀ ਉਹਨਾਂ ਦਾ ਆਜੜੀ ਹੋਵੇਗਾ। ਵਚਨ 24, ਅਤੇ ਮੈਂ ਯਹੋਵਾ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਮੇਰਾ ਦਾਸ ਦਾਊਦ ਉਹਨਾਂ ਦੇ ਵਿਚਕਾਰ ਰਾਜਕੁਮਾਰ ਹੋਵੇਗਾ। ਮੈਂ ਯਹੋਵਾ ਨੇ ਫਰਮਾਇਆ ਹੈ। ਰਾਜਾ ਦਾਊਦ ਦੀ ਮੌਤ ਤੋਂ 450 ਸਾਲ ਬਾਅਦ ਨਬੀ ਹਿਜਕੇਲ ਪ੍ਰਗਟ ਹੋਇਆ। ਹਾਲਾਂਕਿ ਇੱਥੇ ਇਹ ਲਿਖਿਆ ਹੈ, ਮੇਰਾ ਦਾਸ ਦਾਊਦ ਰਾਜਕੁਮਾਰ ਹੋਵੇਗਾ। ਇਹ ਦੱਸਦਾ ਹੈ ਕਿ ਇਹ ਭਵਿੱਖ ਵਿੱਚ ਹੋਵੇਗਾ। ਇਸ ਤਰ੍ਹਾਂ ਕਿ ਅਸੀਂ ਆਸਾਨੀ ਨਾਲ ਇਹ ਨਹੀਂ ਸਮਝ ਸਕਦੇ ਕਿ ਉਹ ਸਰੀਰਕ ਰਾਜਾ ਦਾਊਦ ਨੂੰ ਸੰਕੇਤ ਨਹੀਂ ਕਰਦਾ। ਆਓ ਅਸੀਂ ਵਚਨ 25 ਨਾਲ ਜਾਰੀ ਰੱਖੀਏ।
ਅਤੇ ਮੈਂ ਉਹਨਾਂ ਨਾਲ ਸ਼ਾਂਤੀ ਦਾ ਨੇਮ ਬੰਨਾਂਗਾ ਅਤੇ ਬੁਰੇ ਦਰਿੰਦਿਆਂ ਨੂੰ ਦੇਸ਼ ਵਿੱਚੋਂ ਮੁਕਾ ਦਿਆਂਗਾ ਅਤੇ ਉਹ ਉਜਾੜ ਵਿੱਚ ਸੁੱਖ ਨਾਲ ਵਸਣਗੇ ਅਤੇ ਜੰਗਲਾਂ ਵਿੱਚ ਸੌਣਗੇ। ਜਦੋਂ ਅਸੀਂ ਦਾਊਦ ਬਾਰੇ ਡੂੰਘਾਈ ਨਾਲ ਦੇਖਦੇ ਹਾਂ ਤਦ ਪਰਮੇਸ਼ਵਰ ਦੀ ਗਵਾਹੀ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਬਹੁਤ ਮਹੱਤਵਪੂਰਨ ਹੈ। ਪਰਮੇਸ਼ਵਰ ਨੇ ਸਾਰਿਆਂ ਨਾਲ ਇਹ ਵਾਅਦਾ ਨਹੀਂ ਕੀਤਾ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਉਹਨਾਂ ਲੋਕਾਂ ਦਾ ਪਰਮੇਸ਼ਵਰ ਹੋਵਾਂਗਾ ਜੋ ਮੇਰੇ ਨੇਮ ਨੂੰ ਮੰਨਦੇ ਹਨ। ਆਓ ਅਸੀਂ ਯਿਰਮੀਆ ਅਧਿਆਇ 31 ਵਚਨ 31 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 31 ਵਚਨ 31, ਵੇਖੋ ਉਹ ਦਿਨ ਆ ਰਹੇ ਹਨ, ਯਹੋਵਾ ਦਾ ਵਾਕ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਉਹ ਕੀ ਬੰਨਣਗੇ, ਇੱਕ ਨਵਾਂ ਨੇਮ ਬੰਨਾਂਗਾ। ਆਓ ਅਸੀਂ ਵਚਨ 33 ਉੱਤੇ ਜਾਈਏ। ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ। ਯਹੋਵਾ ਦਾ ਵਾਕ ਹੈ, ਮੈਂ ਆਪਣੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਉਹ ਕੀ ਹੋਣਗੇ, ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਪਰਮੇਸ਼ਵਰ ਨੇ ਕਿਹਾ ਮੈਂ ਉਹਨਾਂ ਲੋਕਾਂ ਦਾ ਪਰਮੇਸ਼ਵਰ ਹੋਵਾਂਗਾ ਜੋ ਨਵੇਂ ਨੇਮ ਦਾ ਪਾਲਨ ਕਰਦੇ ਹਨ। ਆਓ ਅਸੀਂ ਵਚਨ 34 ਨਾਲ ਜਾਰੀ ਰੱਖੀਏ। ਉਹ ਫਿਰ ਕਦੀ ਹਰੇਕ ਆਪਣੇ ਗਵਾਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ, ਭਈ ਯਹੋਵਾ ਨੂੰ ਜਾਣੋ, ਕਿਉਂ ਜੋ ਉਹ ਸਾਰਿਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੱਕ ਮੈਨੂੰ ਜਾਣ ਲੈਣਗੇ। ਯਹੋਵਾ ਦਾ ਵਾਕ ਹੈ, ਕਿਉਂ ਜੋ ਉਹ ਕੀ ਮਾਫ ਕਰਨਗੇ, ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ। ਪਰਮੇਸ਼ਵਰ ਨੇ ਕਿਹਾ ਮੈਂ ਨਵਾਂ ਨੇਮ ਉਹਨਾਂ ਦੇ ਅੰਦਰ ਰੱਖਾਂਗਾ, ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ। ਅੱਜ ਲੋਕ ਆਤਮ ਵਿਸ਼ਵਾਸ ਨਾਲ ਕਹਿੰਦੇ ਹਨ ਅਸੀਂ ਸਵਰਗ ਦੇ ਰਾਜ ਵਿੱਚ ਜਾ ਸਕਦੇ ਹਾਂ ਕਿਉਂਕਿ ਅਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਾਂ। ਹਾਲਾਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਕਦੇ ਨਹੀਂ ਕਿਹਾ ਕਿ ਉਹ ਉਹਨਾਂ ਦੇ ਲੋਕ ਹਨ। ਪਰਮੇਸ਼ਵਰ ਨੇ ਕਿਹਾ ਮੈਂ ਉਹਨਾਂ ਲੋਕਾਂ ਦਾ ਪਰਮੇਸ਼ਵਰ ਹੋਵਾਂਗਾ ਜਿਹੜੇ ਨਵੇਂ ਨੇਮ ਵਿੱਚ ਹਨ। ਹਿਜਕੇਲ ਅਧਿਆਇ 34 ਵਿੱਚ ਪਰਮੇਸ਼ਵਰ ਨੇ ਸਾਡੇ ਉੱਤੇ ਆਪਣੀ ਇੱਛਾ ਪ੍ਰਗਟ ਕੀਤੀ। ਉਹ ਨਵੇਂ ਨੇਮ ਦੀ ਸੱਚਾਈ ਨਾਲ ਦਾਊਦ ਦੇ ਰੂਪ ਵਿੱਚ ਆਉਣਗੇ। ਸਿਰਫ ਇਹ ਕਹਿਣ ਨਾਲ ਮੈਂ ਦਾਊਦ ਹਾਂ ਕੋਈ ਦਾਊਦ ਨਹੀਂ ਬਣ ਜਾਂਦਾ। ਪਰਮੇਸ਼ਵਰ ਨੂੰ ਨਵੇਂ ਨੇਮ ਦੀ ਸੱਚਾਈ ਨਾਲ ਪ੍ਰਗਟ ਹੋਣਾ ਚਾਹੀਦਾ ਹੈ। ਜੇਕਰ ਅਸੀਂ ਦਾਊਦ ਬਾਰੇ ਭਵਿੱਖਬਾਣੀਆਂ ਤੇ ਡੂੰਘਾਈ ਨਾਲ ਵਿਚਾਰ ਕਰਦੇ ਹਾਂ ਤਦ ਦਾਊਦ ਦਾ ਸਿੰਘਾਸਣ ਦੂਸਰੀ ਵਾਰ ਆਉਣ ਵਾਲੇ ਮਸੀਹ ਦਾ ਇੱਕ ਨਿਸ਼ਾਨ ਹੈ ਜੋ ਇਸ ਯੁੱਗ ਵਿੱਚ ਦਾਊਦ ਦੇ ਰੂਪ ਵਿੱਚ ਪ੍ਰਗਟ ਹੋਣਗੇ। ਆਓ ਅਸੀਂ ਦੂਸਰਾ ਸ਼ੈਮੂਅਲ ਅਧਿਆਇ 5 ਵਚਨ 4 ਦੇਖੀਏ। ਅਧਿਆਇ 5 ਵਚਨ 4, ਜਿਸ ਵੇਲੇ ਦਾਊਦ ਰਾਜ ਕਰਨ ਲੱਗਾ ਤਦ 30 ਵਰ੍ਹਿਆਂ ਦਾ ਸੀ ਅਤੇ ਉਸਨੇ ਕਦੋਂ ਤੱਕ ਰਾਜ ਕੀਤਾ? ਉਸਨੇ 40 ਵਰ੍ਹੇ ਰਾਜ ਕੀਤਾ। ਬਾਈਬਲ ਵਿੱਚ ਇੱਕ ਵੀ ਸ਼ਬਦ ਪਰਮੇਸ਼ਵਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਿਖਿਆ ਗਿਆ ਹੈ। ਇਹ ਲਿਖਿਆ ਹੈ ਜਦੋਂ ਉਹ ਰਾਜਾ ਬਣਿਆ ਤਦ ਉਹ 30 ਵਰ੍ਹਿਆਂ ਦਾ ਸੀ ਅਤੇ ਉਸਨੇ 40 ਸਾਲ ਤੱਕ ਰਾਜ ਕੀਤਾ। ਦਾਊਦ ਅਤੇ ਯੀਸ਼ੂ ਦਾ ਰਿਸ਼ਤਾ ਭਵਿੱਖਬਾਣੀ ਅਤੇ ਉਸ ਦੀ ਪੂਰਤੀ ਦਾ ਹੈ। ਫਿਰ ਕੀ ਦਾਊਦ ਦੇ ਰਾਜ ਦੀ ਮਿਆਦ ਯੀਸ਼ੂ ਦੁਆਰਾ ਪੂਰੀ ਨਹੀਂ ਕੀਤੀ ਜਾਣੀ ਚਾਹੀਦੀ? ਯੀਸ਼ੂ ਨੇ ਆਤਮਿਕ ਰੂਪ ਨਾਲ ਯਹੂਦਾ ਦੇ ਲੋਕਾਂ ਦੀ ਅਗਵਾਈ ਕਿਵੇਂ ਕੀਤੀ? ਆਓ ਅਸੀਂ ਲੂਕਾ ਅਧਿਆਇ 3 ਵਚਨ 21 ਪੜ੍ਹੀਏ। ਜਾਂ ਸਾਰੇ ਲੋਕ ਬਪਤਿਸਮਾ ਲੈ ਹਟੇ ਔਰ ਯੀਸ਼ੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਇਉਂ ਹੋਇਆ ਜੋ ਆਕਾਸ਼ ਖੁੱਲ ਗਿਆ ਅਤੇ ਪਵਿੱਤਰ ਆਤਮਾ ਦੇਹ ਦਾ ਰੂਪ ਧਾਰ ਕੇ ਕਬੂਤਰ ਦੀ ਨਿਆਈ ਉਸ ਉੱਤੇ ਉਤਰਿਆ ਅਤੇ ਇੱਕ ਸੁਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤਰ ਹੈ, ਤੇਥੋਂ ਮੈਂ ਪ੍ਰਸੰਨ ਹਾਂ। ਯੀਸ਼ੂ ਆਪ ਜਦ ਉਪਦੇਸ਼ ਦੇਣ ਲੱਗਾ ਉਹ ਕਿੰਨੇ ਸਾਲ ਦੇ ਸੀ? 30 ਕੁ ਵਰ੍ਹਿਆਂ ਦਾ ਸੀ। ਮਤੀ ਅਧਿਆਇ 4 ਵਿੱਚ ਯੀਸ਼ੂ ਨੇ ਇਹ ਕਹਿੰਦੇ ਹੋਏ ਪ੍ਰਚਾਰ ਕੀਤਾ, ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਇਹ ਉਹ ਕੰਮ ਹੈ ਜੋ ਉਹਨਾਂ ਦੇ ਬਪਤਿਸਮਾ ਲੈਣ ਤੋਂ ਬਾਅਦ ਪੂਰਾ ਹੋਇਆ। ਜਿਸ ਪ੍ਰਕਾਰ ਦਾਊਦ 30 ਸਾਲ ਦੀ ਉਮਰ ਵਿੱਚ ਰਾਜਾ ਬਣਿਆ ਅਤੇ ਇਜ਼ਰਾਈਲ ਉੱਤੇ ਰਾਜ ਕੀਤਾ, ਉਸੇ ਤਰ੍ਹਾਂ ਯੀਸ਼ੂ ਮਸੀਹ ਨੇ 30 ਸਾਲ ਦੀ ਉਮਰ ਵਿੱਚ ਬਪਤਿਸਮਾ ਲਿਆ ਅਤੇ ਖੁਸ਼ਖਬਰੀ ਦੇ ਰਾਜ ਉੱਤੇ ਸ਼ਾਸਨ ਕੀਤਾ। ਫਿਰ ਰਾਜਾ ਦਾਊਦ ਦਾ 40 ਸਾਲਾਂ ਦਾ ਰਾਜ ਕਿਵੇਂ ਪੂਰਾ ਹੋਵੇਗਾ? ਸਾਰੇ ਲੋਕੋ
ਯਿਸੂ ਇਸ ਧਰਤੀ ਤੇ ਕਿੰਨੇ ਸਮੇਂ ਤੱਕ ਖੁਸ਼ਖਬਰੀ ਦੇ ਮਾਰਗ ਤੇ ਚੱਲੇ? ਇਹ ਆਮ ਤੌਰ ਤੇ ਸਾਰੇ ਲੋਕਾਂ ਨੂੰ ਪਤਾ ਹੈ। ਯਿਸੂ ਦੀ ਸੇਵਕਾਈ 3.5 ਸਾਲ ਦੀ ਸੀ। ਜੇਕਰ ਯਿਸੂ ਦਾਊਦ ਦੇ ਰੂਪ ਵਿੱਚ ਆਏ ਤਦ ਉਹਨਾਂ ਨੂੰ 40 ਸਾਲਾਂ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਸੀ, ਪਰ ਉਹਨਾਂ ਨੇ ਸਿਰਫ 3 ਸਾਲ ਤੱਕ ਪ੍ਰਚਾਰ ਕਿਉਂ ਕੀਤਾ? ਇਸ ਦੁਆਰਾ ਲੋਕ ਦਾਅਵਾ ਕਰਦੇ ਹਨ ਕਿ ਇਹ ਭਵਿੱਖਬਾਣੀ ਗਲਤ ਨਹੀਂ ਹੈ। ਹਾਲਾਂਕਿ ਪਰਮੇਸ਼ਵਰ ਨੇ ਇੱਕ ਭਵਿੱਖਬਾਣੀ ਛੱਡ ਦਿੱਤੀ ਕਿ ਉਹ ਦਾਊਦ ਦੇ 40 ਸਾਲਾਂ ਦੇ ਰਾਜ ਦੀ ਭਵਿੱਖਬਾਣੀ ਨੂੰ ਪੂਰਾ ਕਰਨ ਲਈ ਦੁਬਾਰਾ ਆਉਣਗੇ। ਆਓ ਅਸੀਂ ਇਬਰਾਨੀਆਂ ਅਧਿਆਇ 9 ਵਚਨ 27 ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਵਚਨ 27 ਪੜ੍ਹੀਏ। ਅਤੇ ਜਿਵੇਂ ਮਨੁੱਖ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ, ਤਿਵੇਂ ਮਸੀਹ ਵੀ ਵਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਕਿਹੜੀ ਵਾਰ? ਦੂਈ ਵਾਰ ਪ੍ਰਗਟ ਹੋਵੇਗਾ। ਉਹਨਾਂ ਦੇ ਦੂਸਰੀ ਵਾਰ ਆਉਣ ਦੇ ਕਈ ਕਾਰਨ ਹਨ। ਇਹਨਾਂ ਕਾਰਨਾਂ ਵਿੱਚੋਂ ਉਹ ਬਾਕੀ ਬਚੇ 37 ਸਾਲ ਪੂਰੇ ਕਰਨ ਲਈ ਦੂਸਰੀ ਵਾਰ ਆਏ। ਹੁਣ ਆਓ ਅਸੀਂ ਲੂਕਾ ਦੀ ਕਿਤਾਬ ਅਧਿਆਇ 12 ਵਚਨ 49 ਉੱਤੇ ਜਾਈਏ। ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ। ਅੱਗ ਦਾ ਮਤਲਬ ਖੁਸ਼ਖਬਰੀ ਹੈ ਨਾ? ਅਤੇ ਕਾਸ਼ ਕਿ ਉਹ ਹੁਣ ਲੱਗ ਚੁੱਕੀ ਹੋਈ ਹੁੰਦੀ। ਉਹਨਾਂ ਨੇ ਕੀ ਕਰਨਾ ਹੈ? ਪਰ ਮੈਂ ਇੱਕ ਬਪਤਿਸਮਾ ਲੈਣਾ ਹੈ। ਲੂਕਾ 3 ਵਿੱਚ ਯਿਸੂ ਨੇ 30 ਸਾਲ ਦੀ ਉਮਰ ਵਿੱਚ ਪਹਿਲਾਂ ਹੀ ਬਪਤਿਸਮਾ ਲੈ ਲਿਆ ਸੀ। ਇਸ ਲਈ ਇੱਥੇ ਬਪਤਿਸਮਾ ਦਾ ਮਤਲਬ ਉਹ ਬਪਤਿਸਮਾ ਨਹੀਂ ਹੈ ਜੋ ਉਹਨਾਂ ਨੇ ਆਪਣੇ ਪਹਿਲੀ ਵਾਰ ਆਉਣ ਤੇ ਲਿਆ ਸੀ। ਉਹਨਾਂ ਨੂੰ ਆਪਣੇ ਦੂਸਰੀ ਵਾਰ ਆਉਣ ਤੇ ਦੁਬਾਰਾ ਬਪਤਿਸਮਾ ਲੈਣਾ ਚਾਹੀਦਾ ਹੈ। ਇਸ ਦਾ ਕਾਰਨ ਕੀ ਹੈ? ਇਹ ਦਾਊਦ ਦੇ ਸਿੰਘਾਸਨ ਦੇ ਬਾਕੀ 37 ਸਾਲਾਂ ਨੂੰ ਪੂਰਾ ਕਰਨ ਲਈ ਹੈ। ਇਸੇ ਲਈ ਇਬਰਾਨੀਆਂ ਅਧਿਆਇ 9 ਵਚਨ 28 ਵਿੱਚ ਵੀ ਇਹ ਲਿਖਿਆ ਹੈ, ਉਹ ਮੁਕਤੀ ਲਈ ਦੂਈ ਵਾਰ ਪ੍ਰਗਟ ਹੋਣਗੇ। ਪਿਤਾ ਆਨਸਾਂਹੂ ਜੀ ਆਤਮਿਕ ਦਾਊਦ ਹਨ ਜੋ ਦੂਈ ਵਾਰ ਆਏ ਹਨ। ਉਹ ਨਵਾਂ ਨੇਮ ਲੈ ਕੇ ਆਏ। ਇਸ ਤੋਂ ਇਲਾਵਾ ਉਹ 1918 ਵਿੱਚ ਇਸ ਧਰਤੀ ਤੇ ਆਏ ਅਤੇ ਉਹਨਾਂ ਨੇ 1948 ਵਿੱਚ 30 ਸਾਲ ਦੀ ਉਮਰ ਵਿੱਚ ਬਪਤਿਸਮਾ ਲਿਆ। ਜੇਕਰ ਉਹਨਾਂ ਨੇ 1948 ਵਿੱਚ ਬਪਤਿਸਮਾ ਲਿਆ ਅਤੇ 37 ਸਾਲਾਂ ਤੱਕ ਭਵਿੱਖਬਾਣੀ ਦੇ ਰਾਹ ਤੇ ਚੱਲੇ, ਤਦ ਉਹਨਾਂ ਨੂੰ ਆਪਣੇ ਰਾਜ ਤੇ ਕਿੰਨਾ ਸਮੇਂ ਤੱਕ ਰਾਜ ਕਰਨਾ ਚਾਹੀਦਾ ਸੀ? 1948 ਵਿੱਚ 37 ਸਾਲ ਜੋੜੋ। ਉਹਨਾਂ ਨੇ 1985 ਵਿੱਚ ਸਵਰਗ ਜਾਣ ਦੁਆਰਾ ਇਸ ਭਵਿੱਖਬਾਣੀ ਨੂੰ ਪੂਰਾ ਕੀਤਾ। ਇਸ ਪ੍ਰਕਾਰ ਪਿਤਾ ਜੀ ਨੇ ਰਾਜਾ ਦਾਊਦ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ। ਜਿਵੇਂ ਮੀਕਾ ਨਬੀ ਨੇ ਭਵਿੱਖਬਾਣੀ ਕੀਤੀ ਸੀ, ਉਸੇ ਤਰ੍ਹਾਂ ਪਿਤਾ ਆਖਰੀ ਦਿਨਾਂ ਵਿੱਚ ਆਏ ਅਤੇ ਸਾਨੂੰ ਜੀਵਨ ਦੀ ਸੱਚਾਈ ਸਿਖਾਈ। ਉਹਨਾਂ ਦੀ ਸਿੱਖਿਆ ਤੋਂ ਬਿਨਾਂ ਅੱਜ ਮਨੁੱਖ ਜਾਤੀ ਕੋਲ ਮੁਕਤੀ ਨਹੀਂ ਹੋ ਸਕਦੀ ਸੀ। ਆਓ ਅਸੀਂ ਮੀਕਾ ਦੀ ਕਿਤਾਬ ਉੱਤੇ ਜਾਈਏ ਅਤੇ ਅਧਿਆਇ 4 ਵਚਨ 1 ਪੜ੍ਹੀਏ। ਆਖਰੀ ਦਿਨਾਂ ਵਿੱਚ ਭਾਵ ਆਖਰੀ ਯੁੱਗ ਵਿੱਚ ਹੈ ਨਾ? ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਉਮਤਾਂ ਉਸ ਦੇ ਵੱਲ ਵਗਣਗੀਆਂ। ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, ਆਓ ਅਸੀਂ ਯਹੋਵਾ ਦੇ ਪਰਬਤ ਉੱਤੇ ਯਾਕੂਬ ਦੇ ਪਰਮੇਸ਼ਵਰ ਦੇ ਭਵਨ ਨੂੰ ਚੜ੍ਹੀਏ। ਭਈ ਉਹ ਪਰਮੇਸ਼ਵਰ ਕੀ ਕਰਨਗੇ? ਸਾਨੂੰ ਆਪਣੇ ਰਾਹ ਵਿਖਾਵੇ, ਅਰਥਾਤ ਸੱਚਾਈ ਸਿਖਾਉਣਗੇ। ਜਿਨ੍ਹਾਂ ਨੇ ਇਸ ਸਿੱਖਿਆ ਨੂੰ ਪ੍ਰਾਪਤ ਕੀਤਾ ਅਤੇ ਜਿਨ੍ਹਾਂ ਨੇ ਨਹੀਂ ਕੀਤਾ, ਉਹਨਾਂ ਵਿੱਚ ਬਹੁਤ ਵੱਡਾ ਅੰਤਰ ਹੈ। ਇਹ ਲਿਖਿਆ ਹੈ, ਉਹ ਸਾਨੂੰ ਆਪਣੇ ਰਾਹ ਵਿਖਾਵੇਗਾ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚੱਲੀਏ। ਸਾਨੂੰ ਉਹਨਾਂ ਦੁਆਰਾ ਸਿਖਾਏ ਗਏ ਰਾਹਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਅਸੀਂ ਉਹਨਾਂ ਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਵਿਵਸਥਾ ਕਿੱਥੋਂ? ਸਿਯੋਨ ਤੋਂ ਨਿਕਲੇਗੀ। ਇਹ ਸਿਯੋਨ ਤੋਂ ਬਾਹਰ ਪੂਰਾ ਨਹੀਂ ਹੋਵੇਗਾ, ਇਹ ਸਿਰਫ ਸਿਯੋਨ ਵਿੱਚ ਹੋਵੇਗਾ। ਇਸ ਲਈ ਭਾਵੇਂ ਇੱਕ ਪਾਦਰੀ ਦਾ ਉਪਦੇਸ਼ ਕਿੰਨਾ ਵੀ ਪ੍ਰਚਲਿਤ ਕਿਉਂ ਨਾ ਹੋਵੇ, ਅਜਿਹੀ ਜਗ੍ਹਾ ਵਿੱਚ ਜਿੱਥੇ ਪਰਮੇਸ਼ਵਰ ਦੇ ਪਰਬ ਨਹੀਂ ਮਨਾਏ ਜਾਂਦੇ, ਕੋਈ ਮੁਕਤੀ ਨਹੀਂ ਹੈ। ਅਸੀਂ ਦਾਊਦ ਤੋਂ ਉਹ ਸਾਰੀਆਂ ਸੱਚਾਈਆਂ ਸਿੱਖੀਆਂ ਜਿਸ ਨੂੰ ਨਾ ਸਵਰਗ ਵਿੱਚ, ਨਾ ਧਰਤੀ ਉੱਤੇ, ਨਾ ਧਰਤੀ ਦੇ ਹੇਠਾਂ ਕੋਈ ਵੀ ਸਾਨੂੰ ਨਹੀਂ ਸਿਖਾ ਸਕਦਾ ਹੈ।
ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਵਿਵਸਥਾ ਸਿਯੋਨ ਤੋਂ ਨਿਕਲੇਗੀ ਅਤੇ ਯਹੋਵਾ ਦਾ ਵਚਨ ਯਰੂਸ਼ਲਮ ਤੋਂ। 37 ਸਾਲਾਂ ਦੇ ਆਪਣੇ ਖੁਸ਼ਖਬਰੀ ਦੇ ਜੀਵਨ ਦੁਆਰਾ ਉਹਨਾਂ ਨੇ ਸਾਨੂੰ ਸਵਰਗੀ ਮਾਤਾ, ਪਸਾ, ਸਬਤ ਦਾ ਦਿਨ, ਨਵੇਂ ਨੇਮ ਅਤੇ ਨਵੇਂ ਨਾਮ ਬਾਰੇ ਸਿਖਾਇਆ। ਉਸ ਤੋਂ ਬਾਅਦ 1985 ਵਿੱਚ ਪਿਤਾ ਜੀ ਨੇ ਸਾਰੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ ਅਤੇ ਸਵਰਗ ਚਲੇ ਗਏ। ਜੇਕਰ ਉਹ ਨਾ ਆਏ ਹੁੰਦੇ ਤਦ ਸਾਡਾ ਭਵਿੱਖ ਕਿਹੋ ਜਿਹਾ ਹੁੰਦਾ? ਬੇਸ਼ੱਕ ਇਹ ਦੁਖਦਾਈ ਹੁੰਦਾ। ਇਹ ਸਾਰੀ ਮਨੁੱਖ ਜਾਤੀ ਲਈ ਸੱਚਾਈ ਹੈ। ਪਰ ਸਾਡੇ ਬਾਰੇ ਕੀ, ਜਿਨ੍ਹਾਂ ਨੇ ਉਹਨਾਂ ਦੀ ਸਿੱਖਿਆ ਪ੍ਰਾਪਤ ਕੀਤੀ? ਭਾਵੇਂ ਰਸਤਾ ਤੰਗ ਹੈ ਅਤੇ ਥੋੜੇ ਹੀ ਹਨ ਜੋ ਇਸ ਨੂੰ ਪਾਉਂਦੇ ਹਨ, ਪਰ ਸਾਨੂੰ ਜੀਵਨ ਦੇ ਮਾਰਗ ਵਿੱਚ ਪ੍ਰਵੇਸ਼ ਕਰਨ ਲਈ ਅਗਵਾਈ ਕੀਤੀ ਜਾਂਦੀ ਹੈ। ਸਿਰਫ ਇਹ ਤੱਤ ਹੀ ਇਹ ਕਹਿਣ ਲਈ ਕਾਫੀ ਹੈ ਕਿ ਅਸੀਂ ਸੱਚਮੁੱਚ ਧਨ ਹਾਂ। ਆਓ ਅਸੀਂ ਵਚਨ 9 ਦੇਖੀਏ ਕਿ ਸਿਯੋਨ ਵਿੱਚ ਕੀ ਹੋਵੇਗਾ। ਵਚਨ 1 ਵਿੱਚ ਲਿਖਿਆ ਹੈ ਕਿ ਅੰਤ ਦੇ ਦਿਨਾਂ ਵਿੱਚ ਬਹੁਤ ਸਾਰੇ ਲੋਕ ਸਿਯੋਨ ਵਿੱਚ ਆਉਣਗੇ ਅਤੇ ਪਰਮੇਸ਼ਵਰ ਦੀਆਂ ਸਾਰੀਆਂ ਸਿੱਖਿਆਵਾਂ ਨੂੰ ਸਿੱਖਣਗੇ। ਵਚਨ 9, ਹੁਣ ਤੂੰ ਕਿਉਂ ਚਿਲਾਉਂਦੀ ਹੈ ਕਿ ਤੇਰੇ ਵਿੱਚ, ਇੱਥੋਂ ਤੇਰੇ ਵਿੱਚ ਦਾ ਮਤਲਬ ਸਿਯੋਨ ਹੈ। ਸਿਯੋਨ ਵਿੱਚ ਕੌਣ ਨਹੀਂ? ਕਿ ਤੇਰੇ ਵਿੱਚ ਕੋਈ ਪਾਤਸ਼ਾਹ ਨਹੀਂ? ਕਿ ਤੇਰਾ ਸਲਾਹਕਾਰ ਨਾਸ਼ ਹੋ ਗਿਆ? ਬਾਈਬਲ ਵਿੱਚ ਸਲਾਹਕਾਰ ਕੌਣ ਹੈ? ਯਸ਼ਾਇਆ ਅਧਿਆਇ 9 ਵਚਨ 6 ਵਿੱਚ ਇਹ ਲਿਖਿਆ ਹੈ, ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਰਾਜ ਉਹਦੇ ਮੋਢੇ ਉੱਤੇ ਹੋਵੇਗਾ ਅਤੇ ਉਹਦਾ ਨਾਮ ਇਉਂ ਸੱਦਿਆ ਜਾਵੇਗਾ। ਉਸ ਦਾ ਨਾਮ ਕੀ ਹੋਵੇਗਾ? ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ਵਰ, ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਮੀਕਾ ਦੇ ਵਚਨ ਅਨੁਸਾਰ ਸਿਯੋਨ ਵਿੱਚ ਪਰਮੇਸ਼ਵਰ ਨਾਲ ਕੀ ਹੋਇਆ? ਕਿ ਤੇਰਾ ਸਲਾਹਕਾਰ ਨਾਸ਼ ਹੋ ਗਿਆ, ਕਿ ਜਣਨ ਵਾਲੀ ਵਾਂਗੂ ਪੀੜਾ ਤੈਨੂੰ ਲੱਗੀਆਂ। ਵਚਨ 10, ਹੇ ਸਿਯੋਨ ਦੀ ਧੀਏ, ਪੀੜਾ ਨਾਲ ਜਣਨ ਵਾਲੀ ਵਾਂਗ ਜਨਮ ਦੇ। ਹੁਣ ਤਾਂ ਤੂੰ ਨਗਰੋਂ ਬਾਹਰ ਜਾਵੇਂਗੀ ਅਤੇ ਰੜ ਵਿੱਚ ਰਹੇਂਗੀ। ਤੂੰ ਬਾਬਲ ਨੂੰ ਜਾਵੇਂਗੀ, ਉੱਥੋਂ ਤੂੰ ਛੁਡਾਈ ਜਾਵੇਂਗੀ। ਉੱਥੋਂ ਯਹੋਵਾ ਤੈਨੂੰ ਤੇਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦੇਵੇਗਾ। ਉਹ ਬਹੁਤੀਆਂ ਕੌਮਾਂ ਤੇਰੇ ਵਿਰੁੱਧ ਇਕੱਠੀਆਂ ਹੋ ਗਈਆਂ ਅਤੇ ਉਹ ਕਹਿੰਦੀਆਂ ਹਨ, ਉਹ ਭਿੱਟੀ ਜਾਵੇ ਅਤੇ ਸਾਡੀਆਂ ਡੇਲੀਆਂ ਸਿਯੋਨ ਵੱਲ ਟੱਡੀਆਂ ਰਹਿਣ। ਇਹ ਘਟਨਾਵਾਂ ਠੀਕ ਉਸੇ ਤਰ੍ਹਾਂ ਹੋਈਆਂ ਜਿਵੇਂ ਉਹਨਾਂ ਦੀ ਭਵਿੱਖਬਾਣੀ ਕੀਤੀ ਗਈ ਸੀ। ਪਿਤਾ ਦੇ ਸਵਰਗ ਜਾਣ ਤੋਂ ਬਾਅਦ ਕਈ ਅਵਿਸ਼ਵਾਸੀਆਂ ਨੇ ਕਿਹਾ, ਸਿਯੋਨ ਜਲਦੀ ਹੀ ਤਬਾਹ ਹੋ ਜਾਏਗਾ। ਹਾਲਾਂਕਿ ਵਚਨ 12 ਵਿੱਚ ਇਹ ਕੀ ਕਹਿੰਦਾ ਹੈ? ਪਰ ਉਹ ਯਹੋਵਾ ਦੀਆਂ ਸੋਚਾਂ ਨਹੀਂ ਜਾਣਦੇ ਅਤੇ ਉਹ ਕੀ ਕਰਦੇ ਹਨ? ਉਹ ਨਾ ਉਹਦੀ ਸਲਾਹ ਸਮਝਦੇ ਹਨ, ਕਿਉਂ ਜੋ ਉਹਨੇ ਉਹਨਾਂ ਨੂੰ ਭਰੀਆਂ ਵਾਂਗੂ ਖਲਵਾੜੇ ਵਿੱਚ ਇਕੱਠਿਆਂ ਕੀਤਾ। ਹੇ ਸਿਯੋਨ ਦੀ ਧੀਏ, ਉੱਠ ਅਤੇ ਕੀ ਕਰ? ਗਾ, ਮੈਂ ਤੇਰਾ ਸਿੰਘ ਲੋਹਾ ਅਤੇ ਤੇਰੇ ਖੁਰ ਪਿੱਤਲ ਬਣਾਵਾਂਗਾ। ਤੂੰ ਬਹੁਤੀਆਂ ਉਮਤਾਂ ਨੂੰ ਚੂਰ-ਚੂਰ ਕਰੇਂਗੀ ਅਤੇ ਮੈਂ ਉਹਨਾਂ ਦੀ ਅਜੋਗ ਕਮਾਈ ਯਹੋਵਾ ਲਈ, ਉਹਨਾਂ ਦਾ ਮਾਲ ਧਨ ਧਰਤੀ ਦੇ ਪ੍ਰਭੂ ਲਈ ਅਰਪਣ ਕਰਾਂਗਾ। ਪਰਮੇਸ਼ਵਰ ਨੇ 37 ਸਾਲਾਂ ਲਈ ਖੁਸ਼ਖਬਰੀ ਦੇ ਰਾਜ ਉੱਤੇ ਰਾਜ ਕੀਤਾ ਅਤੇ ਭਵਿੱਖਬਾਣੀਆਂ ਅਨੁਸਾਰ ਸਭ ਕੁਝ ਪੂਰਾ ਕੀਤਾ। ਇਹਨਾਂ ਸਾਰੀਆਂ ਭਵਿੱਖਬਾਣੀਆਂ ਅੰਦਰ ਪਰਮੇਸ਼ਵਰ ਦੀ ਯੋਜਨਾ ਲੁਕੀ ਹੋਈ ਸੀ। ਫਿਰ ਉਹਨਾਂ ਦੀ ਯੋਜਨਾ ਕੀ ਹੈ? ਰੋਮੀਆਂ ਅਧਿਆਇ 5 ਵਿੱਚ ਇਹ ਲਿਖਿਆ ਗਿਆ ਹੈ ਕਿ ਆਦਮ ਆਉਣ ਵਾਲੇ ਦਾ ਅਰਥਾਤ ਮਸੀਹ ਦਾ ਇੱਕ ਨਮੂਨਾ ਹੈ। ਇਸ ਨਮੂਨੇ ਅੰਦਰ ਪਰਮੇਸ਼ਵਰ ਦੀ ਲੁਕੀ ਯੋਜਨਾ ਕੀ ਹੈ? ਆਓ ਅਸੀਂ ਜਵਾਬ ਪਾਉਣ ਲਈ ਉਤਪਤ ਅਧਿਆਇ 2 ਵਚਨ 20 ਉੱਤੇ ਜਾਈਏ। ਅਧਿਆਇ 2 ਵਚਨ 20, ਇਉਂ ਆਦਮੀ ਨੇ ਸਾਰੇ ਡੰਗਰਾਂ ਨੂੰ ਅਰ ਆਕਾਸ਼ ਦੇ ਪੰਛੀਆਂ ਨੂੰ ਅਰ ਜੰਗਲ ਦੇ ਸਾਰੇ ਜਾਨਵਰਾਂ ਨੂੰ ਨਾਉ ਦਿੱਤੇ, ਪਰ ਆਦਮੀ ਲਈ ਅਜੇ ਕੋਈ ਸਹਾਇਕਣ ਉਹਦੇ ਵਰਗੀ ਨਾ ਮਿਲੀ। ਤਾਂ ਯਹੋਵਾ ਪਰਮੇਸ਼ਵਰ ਨੇ ਆਦਮੀ ਤੇ ਗੂੜੀ ਨੀਂਦ ਭੇਜੀ, ਸੋ ਉਹ ਸੌਂ ਗਿਆ ਅਤੇ ਉਸਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਕੱਢ ਲਈ ਅਤੇ ਉਹਦੀ ਥਾਂ ਮਾਸ ਭਰ ਦਿੱਤਾ। ਤਾਂ ਯਹੋਵਾ ਪਰਮੇਸ਼ਵਰ ਨੇ ਉਹਨਾਂ ਨੇ ਕੀ ਕੀਤਾ? ਉਸ ਪਸਲੀ ਤੋਂ ਜਿਹੜੀ ਉਸਨੇ ਆਦਮ ਵਿੱਚੋਂ ਕੱਢੀ ਇੱਕ ਨਾਰੀ ਬਣਾਈ ਅਤੇ ਉਸ ਨੂੰ ਆਦਮੀ ਕੋਲ ਲੈ ਆਇਆ। ਤਾਂ ਆਦਮੀ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ। ਸੋ ਇਹ ਇਸ ਕਾਰਨ ਨਾਰੀ ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ।
ਇੱਥੇ ਆਦਮ ਦੇ ਡੂੰਗੀ ਨੀਂਦ ਵਿੱਚ ਸੌਣ ਤੋਂ ਬਾਅਦ ਹਵਾ ਪ੍ਰਗਟ ਹੋਈ। ਪਰਮੇਸ਼ਵਰ ਹਵਾ ਨੂੰ ਮਿੱਟੀ ਨਾਲ ਬਣਾ ਸਕਦੇ ਸੀ ਜਿਵੇਂ ਉਹਨਾਂ ਨੇ ਆਦਮ ਨੂੰ ਬਣਾਇਆ ਸੀ। ਹਾਲਾਂਕਿ ਪਰਮੇਸ਼ਵਰ ਨੇ ਆਦਮ ਨੂੰ ਗੂੜੀ ਨੀਂਦ ਵਿੱਚ ਪਾ ਦਿੱਤਾ ਅਤੇ ਹਵਾ ਨੂੰ ਆਦਮ ਦੀ ਪਸਲੀ ਤੋਂ ਬਣਾਇਆ। ਯੋਹੰਨਾ ਅਧਿਆਇ 11 ਵਿੱਚ ਜਦੋਂ ਯੀਸ਼ੂ ਨੇ ਲਾਜ਼ਰ ਨੂੰ ਦੇਖਿਆ ਜਿਸ ਨੂੰ ਮਰੇ ਹੋਏ 4 ਦਿਨ ਹੋ ਗਏ ਸੀ, ਤਦ ਉਹਨਾਂ ਨੇ ਕਿਹਾ ਲਾਜ਼ਰ ਸੌ ਗਿਆ ਹੈ। ਭੌਤਿਕ ਸੰਸਾਰ ਵਿੱਚ ਲਾਜ਼ਰ ਪਹਿਲਾਂ ਹੀ ਮਰ ਗਿਆ ਸੀ, ਪਰ ਯੀਸ਼ੂ ਨੇ ਕਿਹਾ ਲਾਜ਼ਰ ਸੌ ਗਿਆ ਹੈ। ਫਿਰ ਆਦਮ ਦਾ ਡੂੰਗੀ ਨੀਂਦ ਵਿੱਚ ਸੌਣ ਦਾ ਮਤਲਬ ਕੀ ਹੈ? ਦੂਸਰੀ ਵਾਰ ਆਉਣ ਵਾਲੇ ਮਸੀਹ ਦੇ ਸਵਰਗ ਵਿੱਚ ਵਾਪਸ ਜਾਣ ਤੋਂ ਬਾਅਦ ਕਿਸ ਨੂੰ ਪ੍ਰਗਟ ਹੋਣਾ ਚਾਹੀਦਾ ਹੈ? ਹਵਾ ਨੂੰ ਪ੍ਰਗਟ ਹੋਣਾ ਚਾਹੀਦਾ ਹੈ। ਫਿਰ ਹਵਾ ਕਿਸ ਨੂੰ ਦਰਸਾਉਂਦੀ ਹੈ? ਆਓ ਅਸੀਂ ਉਤਪਤ ਅਧਿਆਇ 3 ਵਚਨ 20 ਦੇਖੀਏ। ਵਚਨ 20, ਆਦਮੀ ਨੇ ਆਪਣੀ ਤੀਵੀਂ ਦਾ ਨਾਮ ਹਵਾ ਰੱਖਿਆ ਇਸ ਲਈ ਕਿ ਉਹ ਸਾਰੇ ਜਿਉਂਦਿਆਂ ਦੀ ਉਹ ਕੀ ਹੈ? ਮਾਤਾ ਹੈ। ਸਾਰੇ ਜਿਉਂਦਿਆਂ ਦੀ ਮਾਤਾ ਉਦੋਂ ਤੱਕ ਪ੍ਰਗਟ ਨਹੀਂ ਹੋ ਸਕਦੀ ਜਦੋਂ ਤੱਕ ਆਦਮ ਡੂੰਗੀ ਨੀਂਦ ਵਿੱਚ ਨਹੀਂ ਸੋ ਜਾਂਦਾ। ਉਤਪਤ ਅਧਿਆਇ 37 ਵਿੱਚ ਇਹ ਲਿਖਿਆ ਹੈ ਕਿ ਯਾਕੂਬ ਦੇ 11ਵੇਂ ਪੁੱਤਰ ਯੂਸਫ ਨੇ ਇੱਕ ਸੁਪਨਾ ਦੇਖਿਆ ਅਤੇ ਕਿਹਾ ਸੂਰਜ ਅਰ ਚੰਦ ਅਰ 11 ਤਾਰਿਆਂ ਨੇ ਮੇਰੇ ਅੱਗੇ ਮੱਥਾ ਟੇਕਿਆ। ਜਦੋਂ ਯਾਕੂਬ ਨੇ ਇਹ ਸੁਣਿਆ ਤਦ ਉਸਨੇ ਕਿਹਾ ਕਿ ਤੇਰੀ ਮਾਤਾ ਅਤੇ ਮੈਂ ਅਤੇ ਤੇਰੇ ਭਰਾ ਤੈਨੂੰ ਮੱਥਾ ਟੇਕਣਗੇ। ਉਸਨੇ ਸੂਰਜ, ਚੰਦਰਮਾ ਅਤੇ ਤਾਰਿਆਂ ਨੂੰ ਪਿਤਾ, ਮਾਤਾ ਅਤੇ ਭਰਾਵਾਂ ਦੇ ਰੂਪ ਵਿੱਚ ਪ੍ਰਗਟ ਕੀਤਾ। ਸਾਰੇ ਲੋਕੋ, ਕੀ ਤੁਸੀਂ ਸੂਰਜ ਦੇ ਹੁੰਦੇ ਚੰਦ ਨੂੰ ਦੇਖ ਸਕਦੇ ਹੋ? ਸੂਰਜ ਦੇ ਡੁੱਬਣ ਤੇ ਹੀ ਚੰਦ ਅਤੇ ਤਾਰੇ ਦਿਖਾਈ ਦਿੰਦੇ ਹਨ। ਬਾਈਬਲ ਵਿੱਚ ਲਿਖਿਆ ਗਿਆ ਕੋਈ ਵਚਨ ਕਦੇ ਵਿਅਰਥ ਨਹੀਂ ਜਾਂਦਾ। ਪਿਤਾ ਜੀ ਨੇ 1981 ਵਿੱਚ ਪ੍ਰਕਾਸ਼ਿਤ ਹੋਈ ਹਫ਼ਤਾਵਾਰੀ ਧਰਮ ਪੱਤਰੀ ਵਿੱਚ ਆਪਣਾ ਸੰਦੇਸ਼ ਪਹਿਲਾਂ ਹੀ ਛੱਡ ਦਿੱਤਾ ਸੀ। ਦਾਊਦ ਦੇ ਰਾਜ ਦੇ ਬਾਕੀ 37 ਸਾਲਾਂ ਤੋਂ ਬਾਅਦ ਉਹਨਾਂ ਨੂੰ ਚਲੇ ਜਾਣਾ ਚਾਹੀਦਾ ਹੈ। ਇਹ ਪਰਮੇਸ਼ਵਰ ਦੀ ਯੋਜਨਾ ਹੈ। ਆਦਮ ਦੇ ਡੂੰਗੀ ਨੀਂਦ ਵਿੱਚ ਸੌਣ ਤੋਂ ਬਾਅਦ ਹੀ ਹਵਾ ਪ੍ਰਗਟ ਹੋ ਸਕਦੀ ਹੈ। ਇਸੇ ਤਰ੍ਹਾਂ ਪਿਤਾ ਜੀ ਦੇ ਸਵਰਗ ਜਾਣ ਤੋਂ ਬਾਅਦ ਕਿ ਇੰਨੇ ਥੋੜੇ ਸਮੇਂ ਵਿੱਚ ਦੁਨੀਆ ਭਰ ਦੀ ਸੰਤਾਨ ਸਵਰਗੀ ਮਾਤਾ ਕੋਲ ਨਹੀਂ ਆਈ ਹੈ। ਇਸ ਲਈ 2000 ਸਾਲ ਪਹਿਲਾਂ ਯੀਸ਼ੂ ਨੇ ਕਿਹਾ ਸੀ, ਜਿਵੇਂ ਮੁਰਗੀ ਆਪਣੀ ਸੰਤਾਨ ਨੂੰ ਆਪਣੇ ਖੰਭਾਂ ਦੇ ਹੇਠਾਂ ਇਕੱਠਾ ਕਰਦੀ ਹੈ, ਉਸੇ ਤਰ੍ਹਾਂ ਮੈਂ ਤੁਹਾਨੂੰ ਇਕੱਠਾ ਕਰਦਾ ਹਾਂ। ਜੇਕਰ ਮਾਤਾ ਪ੍ਰਗਟ ਨਹੀਂ ਹੁੰਦੀ ਹੈ ਤਦ ਸੰਤਾਨਾਂ ਕਦੇ ਵੀ ਇਕੱਠਾ ਨਹੀਂ ਹੋ ਸਕਦੀਆਂ। ਇਹ ਸਭ ਪਿਤਾ ਜੀ ਦੀ ਯੋਜਨਾ ਦਾ ਹਿੱਸਾ ਸੀ। ਉਹਨਾਂ ਨੇ ਸੱਚਾਈ ਨੂੰ ਬਹਾਲ ਕੀਤਾ ਅਤੇ ਆਪਣੇ ਵਚਨਾਂ ਨੂੰ ਆਪਣੀਆਂ ਸੰਤਾਨਾਂ ਲਈ ਛੱਡ ਦਿੱਤਾ। ਅੰਤ ਤੱਕ ਮਾਤਾ ਦੇ ਵਚਨਾਂ ਦੀ ਪਾਲਣਾ ਕਰੋ, ਤਦ ਹੀ ਖੁਸ਼ਖਬਰੀ ਚੰਗੀ ਤਰ੍ਹਾਂ ਹੋਵੇਗੀ। ਇਸ ਤਰ੍ਹਾਂ ਸਿਯੋਨ ਦੁਨੀਆ ਦੇ ਹਰ ਖੇਤਰ ਵਿੱਚ ਸਥਾਪਿਤ ਹੋ ਰਿਹਾ ਹੈ, ਜਿਵੇਂ ਏਸ਼ੀਆ, ਅਫਰੀਕਾ, ਓਸ਼ੇਨੀਆ, ਯੂਰਪ, ਉੱਤਰੀ ਅਮਰੀਕਾ, ਮੱਧ ਅਮਰੀਕਾ, ਦੱਖਣੀ ਅਮਰੀਕਾ ਅਤੇ ਦੁਨੀਆ ਦੇ ਹਰ ਕੋਨੇ ਵਿੱਚ। ਜਿਵੇਂ ਕਿ ਆਦਮ ਦੇ ਡੂੰਗੀ ਨੀਂਦ ਵਿੱਚ ਸੋ ਜਾਣ ਤੋਂ ਬਾਅਦ ਹਵਾ ਪ੍ਰਗਟ ਹੋਈ, ਉਸੇ ਤਰ੍ਹਾਂ ਮਾਤਾ ਜੋ ਆਖਰੀ ਸੱਚਾਈ ਹੈ, ਜਿਸ ਤੇ ਮੋਹਰ ਲੱਗੀ ਹੋਈ ਸੀ, ਉਹਨਾਂ ਨੂੰ ਪਿਤਾ ਦੇ ਸਵਰਗ ਜਾਣ ਤੋਂ ਬਾਅਦ ਸਾਰੀ ਦੁਨੀਆ ਵਿੱਚ ਪਹਿਚਾਣਿਆ ਜਾਣਾ ਚਾਹੀਦਾ ਹੈ। ਪਿਤਾ ਜੀ ਨੇ ਸਭ ਕੁਝ ਪਹਿਲਾਂ ਤੋਂ ਤਿਆਰ ਕੀਤਾ ਅਤੇ ਭਵਿੱਖਬਾਣੀ ਦੁਆਰਾ ਸਮਝਾਇਆ। ਕੀ ਇਹ ਹੈਰਾਨੀਜਨਕ ਨਹੀਂ ਹੈ ਕਿ ਜਿਵੇਂ ਪਿਤਾ ਨੇ ਸਾਨੂੰ ਸਿਖਾਇਆ, ਉਸੇ ਤਰ੍ਹਾਂ ਖੁਸ਼ਖਬਰੀ ਦਾ ਪ੍ਰਚਾਰ ਇੰਨੀ ਤੇਜ਼ੀ ਨਾਲ ਹੋ ਰਿਹਾ ਹੈ? ਇਸ ਨਿਰਾਸ਼ ਸੰਸਾਰ ਵਿੱਚ ਪਿਤਾ ਉਮੀਦ ਦੀ ਰੋਸ਼ਨੀ ਬਣ ਕੇ ਆਏ। ਮੈਂ ਅਕਸਰ ਸਾਡੇ ਸਿਯੋਨ ਦੇ ਮੈਂਬਰਾਂ ਨੂੰ ਇਹ ਕਹਾਣੀ ਸੁਣਾਉਂਦਾ ਹਾਂ। ਇੱਕ ਆਦਮੀ ਕਿਸੇ ਦੇਸ਼ ਦੀ ਯਾਤਰਾ ਤੇ ਗਿਆ। ਉੱਥੇ ਸਾਰੇ ਲੋਕ ਉਸ ਪ੍ਰਤੀ ਬੇਰਹਿਮ ਸੀ। ਉਹਨਾਂ ਨੇ ਉਸ ਦੇ ਸਾਰੇ ਪੈਸੇ ਲੈ ਲਏ। ਉਹਨਾਂ ਨੇ ਉਸ ਨੂੰ ਬੇਇੱਜ਼ਤ ਕੀਤਾ, ਉਸ ਨੂੰ ਕੋੜੇ ਮਾਰੇ
ਅਤੇ ਇੱਥੋਂ ਤੱਕ ਕਿ ਉਸ ਨੂੰ ਬਰਛੇ ਨਾਲ ਵੀ ਵਿੰਨ੍ਹਿਆ। ਆਖਿਰਕਾਰ ਉਹਨਾਂ ਨੇ ਉਸ ਨੂੰ ਸਲੀਬ ਤੇ ਚੜਾਇਆ ਅਤੇ ਉਹ ਮਰ ਗਿਆ। ਸਾਰੇ ਲੋਕੋ, ਕੀ ਕੋਈ ਦੁਬਾਰਾ ਉੱਥੇ ਜਾਣਾ ਚਾਹੇਗਾ? ਕੋਈ ਵੀ ਉੱਥੇ ਫਿਰ ਕਦੇ ਨਹੀਂ ਜਾਣਾ ਚਾਹੇਗਾ। ਹਾਲਾਂਕਿ ਸਾਡੇ ਪਿਤਾ ਜੋ ਸਿਰਫ ਸਾਡੀ ਮੁਕਤੀ ਲਈ ਚਿੰਤਿਤ ਸੀ, ਫਿਰ ਤੋਂ ਅਜਿਹੀ ਜਗ੍ਹਾ ਤੇ ਆਏ। ਇਸ ਲਈ ਮੈਂ ਸੱਚਮੁੱਚ ਮਹਿਸੂਸ ਕਰਦਾ ਹਾਂ ਕਿ ਪਰਮੇਸ਼ਵਰ ਪਿਆਰ ਹਨ। ਸਾਡੇ ਪਾਪਾਂ ਲਈ ਖੁਦ ਨੂੰ ਸਲੀਬ ਉੱਤੇ ਬਲੀਦਾਨ ਕਰਨ ਵਾਲੇ ਪਰਮੇਸ਼ਵਰ ਦੀ ਕਿਰਪਾ ਅਦਭੁਤ ਹੈ। ਹਾਲਾਂਕਿ ਇਸ ਧਰਤੀ ਤੇ ਦੂਸਰੀ ਵਾਰ ਆਉਣ ਦੇ ਉਹਨਾਂ ਦੇ ਪਿਆਰ ਦੀ ਅਸਲੀਅਤ ਵਿੱਚ ਕਿਸੇ ਹੋਰ ਚੀਜ਼ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਪਰਮੇਸ਼ਵਰ ਦੀ ਕਿਰਪਾ ਸਾਡੇ ਅੰਦਰ ਭਰਦੀ ਹੈ। ਇਸ ਤਰ੍ਹਾਂ ਕੀ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਅਸੀਂ ਆਪਣੇ ਗੁਆਚੇ ਭੈਣਾਂ ਭਰਾਵਾਂ ਨੂੰ ਬਚਾਉਣ ਲਈ ਨਹੀਂ ਜਾ ਸਕਦੇ? ਸਵਰਗੀ ਪਿਤਾ ਦਾਊਦ ਦੇ ਰੂਪ ਵਿੱਚ ਆਏ ਅਤੇ ਦਾਊਦ ਦੀ ਭਵਿੱਖਬਾਣੀ ਅਨੁਸਾਰ ਸਵਰਗ ਵਿੱਚ ਵਾਪਸ ਚਲੇ ਗਏ। ਮੈਂ ਸਵਰਗੀ ਪਿਤਾ ਨੂੰ ਸਦੀਪਕ ਮਹਿਮਾ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਸਾਨੂੰ ਸਾਡੀ ਸਵਰਗੀ ਮਾਤਾ ਜੀ ਨੂੰ ਜਾਣਨ ਦਿੱਤਾ, ਜੋ ਪਰਮੇਸ਼ਵਰ ਦੀ ਸ਼ਾਨਦਾਰ ਯੋਜਨਾ ਦੇ ਅੰਦਰ ਲੁਕੀ ਹੋਈ ਸੀ। ਇਸ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।